वेलकम बैक एवरीवन। आई एम योगेश फ्रॉम यस अकैडमी बठिंडा। आई होप कि ਜਿਹੜੀਆਂ ਆਪਣੀਆਂ ਪਿਛਲੀਆਂ ਵੀਡੀਓਜ਼ ਸੀ ਇਸ ਕੋਰਸ ਦੀਆਂ ਉਹ ਤੁਸੀਂ ਦੇਖ ਲਈਆਂ ਹੋਣੀਆਂ ਨੇ। ਲਾਸਟ ਲੈਕਚਰ ਦੇ ਵਿੱਚ ਆਪਾਂ ਸੋਇਲ ਦੀਆਂ ਇੰਪੋਰਟੈਂਟ ਪ੍ਰੋਪਰਟੀਜ਼ ਡਿਸਕਸ ਕੀਤੀਆਂ ਸੀਗੀਆਂ, ਜਿਹਦੇ ਬੇਸ ਤੇ ਆਪਾਂ ਸਾਰੀ ਦੀ ਸਾਰੀ ਸੋਇਲ ਅੱਗੇ ਸਟੱਡੀ ਕਰਨੀ ਹੈ। ਅੱਜ ਆਪਣਾ ਮੇਨ ਪਰਪਸ ਹੈ ਕਿ ਉਹਨਾਂ ਪ੍ਰੋਪਰਟੀਜ਼ ਨੂੰ ਚੈੱਕ ਕਰਨ ਦੇ ਲਈ, ਪ੍ਰੋਪਰਟੀਜ਼ ਨੂੰ ਫਾਈਂਡ ਆਊਟ ਕਰਨ ਦੇ ਲਈ ਜਿਹੜੇ ਆਪਾਂ ਟੈਸਟ ਕਰਦੇ ਹਾਂ ਉਹਨਾਂ ਟੈਸਟ ਬਾਰੇ ਪੜ੍ਹਨਾ। ਸਭ ਤੋਂ ਪਹਿਲਾਂ ਜਿਹੜੀ ਆਪਾਂ ਪ੍ਰੋਪਰਟੀ ਪੜ੍ਹੀ ਸੀ ਵਾਟਰ ਕੰਟੈਂਟ, ਤਾਂ ਆਪਾਂ ਇਹ ਦੇਖਦੇ ਹਾਂ ਵੀ ਵਾਟਰ ਕੰਟੈਂਟ ਨੂੰ ਕੈਲਕੂਲੇਟ ਕਰਨ ਲਈ ਜਾਂ ਵਾਟਰ ਕੰਟੈਂਟ ਨੂੰ ਡਿਟਰਮਾਈਨ ਕਰਨ ਲਈ ਕਿਹੜੇ ਮੈਥਡ ਆਪਾਂ ਯੂਜ਼ ਕਰਦੇ ਹਾਂ। ਅੱਜ ਆਪਾਂ ਉਹਨਾਂ ਮੈਥਡਸ ਬਾਰੇ ਪੜਾਂਗੇ। ਵਾਟਰ ਕੰਟੈਂਟ ਡਿਟਰਮੀਨੇਸ਼ਨ, ਕਈ ਤਰ੍ਹਾਂ ਦੇ ਮੈਥਡਸ ਆਪਾਂ ਯੂਜ਼ ਕਰਦੇ ਹਾਂ ਵਾਟਰ ਕੰਟੈਂਟ ਕੱਢਣ ਦੇ ਲਈ। ਸਭ ਤੋਂ ਪਹਿਲਾ ਜਿਹੜਾ ਆਪਾਂ ਮੈਥਡ ਪੜ੍ਹਦੇ ਹਾਂ ਦੈਟ ਇਜ਼ ਓਵਨ ਡਰਾਇੰਗ ਮੈਥਡ। ਤੁਹਾਡੇ ਵਿੱਚੋਂ ਮੋਸਟਲੀ ਸਟੂਡੈਂਟਸ ਨੇ ਮੈਥਡ ਪਰਫਾਰਮ ਵੀ ਕੀਤਾ ਹੋਣਾ ਹੈਗਾ ਆਪਣੀਆਂ ਕਾਲਜਿਸ ਦੀਆਂ ਲੈਬ ਦੇ ਵਿੱਚ। ਆਪਾਂ ਮੋਸਟਲੀ ਇਸ ਮੈਥਡ ਬਾਰੇ ਪੜ੍ਹਦੇ ਹਾਂ, ਇਸ ਮੈਥਡ ਨੂੰ ਪ੍ਰੈਕਟੀਕਲੀ ਪਰਫਾਰਮ ਕਰਕੇ ਦੇਖਦੇ ਹਾਂ। ਓਵਨ ਡਰਾਇੰਗ ਮੈਥਡ ਦੇ ਵਿੱਚ ਕੀ ਕਰਦੇ, ਸਭ ਤੋਂ ਪਹਿਲਾਂ ਇੱਕ ਸੋਇਲ ਦਾ ਸੈਂਪਲ ਲੈਂਦੇ, ਸੋਇਲ ਸੈਂਪਲ ਜਿਹਦਾ ਕਿ weight ਕੋਈ ਵੀ W1 ਹੈ। ਸੋਇਲ ਸੈਂਪਲ ਲਿਆ, ਇਹ ਸੋਇਲ ਸੈਂਪਲ ਉਹ ਸੈਂਪਲ ਜਿਹਦਾ ਆਪਾਂ ਵਾਟਰ ਕੰਟੈਂਟ ਫਾਈਂਡ ਆਊਟ ਕਰਨਾ ਹੈਗਾ। ਕਲੀਅਰ? ਸੋਇਲ ਸੈਂਪਲ ਲਿਆ, ਫਿਰ ਉਸ ਸੈਂਪਲ ਨੂੰ ਕੀ ਕਰਦੇ ਨੇ, ਸੈਂਪਲ ਨੂੰ ਇੱਕ ਥਾਂ ਦੇ ਉੱਤੇ ਪਲੇਸ ਕਰਦੇ ਨੇ ਉਸ ਕੋਲੀ ਦੇ ਵਿੱਚ, ਜਾਂ ਜਿਹੜੇ ਵੀ ਇੱਕ ਸੈਂਪਲਰ ਦੇ ਵਿੱਚ ਇਸ ਸੈਂਪਲ ਨੂੰ ਲੈ ਕੇ ਫਿਰ ਉਹਨੂੰ ਓਵਨ ਦੇ ਵਿੱਚ ਰੱਖਦੇ ਆ। ਓਵਨ ਦੇ ਵਿੱਚ ਰੱਖ ਕੇ ਓਵਨ ਦਾ ਟੈਂਪਰੇਚਰ 105 ਤੋਂ 110 ਡਿਗਰੀ ਸੈਲਸੀਅਸ ਰੱਖਦੇ ਆ। ਆਪਾਂ ਨੂੰ ਪਤਾ ਹੈ ਕਿ ਵਾਟਰ 100 ਡਿਗਰੀ ਸੈਲਸੀਅਸ ਤੇ ਜਾ ਕੇ ਇਵੈਪੋਰੇਟ ਹੁੰਦਾ ਹੈ। ਇਸ ਕੇਸ ਦੇ ਵਿੱਚ ਆਪਾਂ ਟੈਂਪਰੇਚਰ 100 ਡਿਗਰੀ ਸੈਲਸੀਅਸ ਤੋਂ ਹਲਕਾ ਜਿਹਾ ਜ਼ਿਆਦਾ ਰੱਖਦੇ ਆ ਤਾਂ ਕਿ ਵਾਟਰ ਪੂਰੀ ਤਰ੍ਹਾਂ ਇਵੈਪੋਰੇਟ ਹੋ ਜੇ। ਫॉर ਅ ਪੀਰੀਅਡ ਆਫ 24 ਆਵਰਸ ਆਪਾਂ ਉਹਨੂੰ ਹੀਟ ਕਰਦੇ ਹਾਂ। ਜੇ ਸੈਂਡ ਹੋਵੇ, ਸੈਂਡ ਦੇ ਕੇਸ 'ਚ 4 ਆਵਰਸ ਲਈ ਹੀਟ ਕਰਨਾ ਸਫੀਸ਼ੀਐਂਟ ਹੁੰਦਾ ਹੈ। ਜੇ ਪਿਓਰਲੀ ਕਲੇਈ ਸੋਇਲ ਹੋਵੇ ਤਾਂ 20 ਆਵਰਸ ਲਈ ਹੀਟ ਕਰਨਾ ਸਫੀਸ਼ੀਐਂਟ ਹੁੰਦਾ ਹੈ। ਫॉर द ਸੇਫਟੀ ਪਰਪਸ ਆਪਾਂ ਐਗਜ਼ੈਕਟਲੀ 24 ਆਵਰਸ ਦੇ ਲਈ ਇਹਨੂੰ ਹੀਟ ਕਰਦੇ ਹਾਂ। ਕਿੰਨੇ ਟੈਂਪਰੇਚਰ ਉੱਪਰ? 105 ਤੋਂ 110 ਡਿਗਰੀ ਸੈਲਸੀਅਸ ਤੱਕ। ਇਨ ਕੇਸ ਜੇ ਸੋਇਲ ਦੇ ਵਿੱਚ ਜਿਪਸਮ ਕੰਟੈਂਟ ਹੋਵੇ, ਜਿਪਸਮ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ, ਜਿਪਸਮ ਇੱਕ ਤਰੀਕੇ ਦਾ ਆਰਗੈਨਿਕ ਮਟੀਰੀਅਲ ਹੁੰਦਾ ਹੈ। ਜੇ ਸੋਇਲ ਦੇ ਵਿੱਚ ਜਿਪਸਮ ਪ੍ਰੈਜ਼ੈਂਟ ਹੋਵੇ ਤਾਂ ਆਪਾਂ ਸੋਇਲ ਨੂੰ 60 ਡਿਗਰੀ ਸੈਲਸੀਅਸ ਤੱਕ ਹੀਟ ਕਰਦੇ ਹਾਂ। 105 ਡਿਗਰੀ ਸੈਲਸੀਅਸ ਤੱਕ ਹੀਟ ਨਹੀਂ ਕੀਤਾ ਜਾਂਦਾ ਜੇ ਜਿਪਸਮ ਪ੍ਰੈਜ਼ੈਂਟ ਹੋਵੇ ਜਾਂ ਆਰਗੈਨਿਕ ਕੰਟੈਂਟ ਪ੍ਰੈਜ਼ੈਂਟ ਹੋਵੇ। 60 ਡਿਗਰੀ ਸੈਲਸੀਅਸ ਤੱਕ ਹੀਟ ਕੀਤਾ, ਹੀਟ ਕਰਕੇ 24 ਆਵਰਸ ਬਾਅਦ ਜਦੋਂ ਆਪਾਂ ਸੈਂਪਲ ਨੂੰ ਬਾਹਰ ਕੱਢਾਂਗੇ ਤਾਂ ਉਹਦੇ ਕੇਸ 'ਚ ਕੀ ਹੋਊਗਾ, ਵਾਟਰ ਪੂਰੀ ਤਰ੍ਹਾਂ ਨਾਲ ਇਵੈਪੋਰੇਟ ਹੋ ਚੁੱਕਿਆ ਹੋਊਗਾ। ਉਹਦੇ ਵਿੱਚ ਸਿੰਪਲੀ ਹੀ ਇਕੱਲੇ ਸੋਲਿਡ ਪਾਰਟੀਕਲਸ ਬਚ ਚੁੱਕੇ ਹੋਣਗੇ। ਫਿਰ ਤੋਂ ਆਪਾਂ ਸੈਂਪਲ ਦਾ weight ਲਿਆ, ਕਿਹੜੀ ਕੰਡੀਸ਼ਨ 'ਚ? ਡਰਾਈ ਕੰਡੀਸ਼ਨ 'ਚ। ਉਸ ਕੇਸ ਦੇ ਵਿੱਚ weight ਕੀ ਹੋਊਗਾ? W2 ਨਾਲ ਡਿਨੋਟ ਕਰ ਲਿਆ। ਯਾਨੀ ਕਿ ਹੁਣ ਇਹ ਸਾਰੇ ਦਾ ਸਾਰਾ ਜਿਹੜਾ W2 weight ਹੈ ਇਹ ਡਿਊ ਟੂ ਸੋਲਿਡਸ ਹੋਊਗਾ। ਜਿਹੜੇ ਵੀ ਸੋਲਿਡਸ ਪ੍ਰੈਜ਼ੈਂਟ ਹੋਣਗੇ ਉਹਨਾਂ ਕਰਕੇ ਹੀ ਮੈਨੂੰ ਇਹ weight ਦੇਖਣ ਨੂੰ ਮਿਲਿਆ ਹੋਊਗਾ। weight ਦੋ ਹੀ ਚੀਜ਼ਾਂ ਕਰਕੇ ਹੁੰਦਾ, ਵਾਟਰ ਕਰਕੇ ਜਾਂ ਸੋਲਿਡਸ ਕਰਕੇ। ਵਾਟਰ ਪੂਰੀ ਤਰ੍ਹਾਂ ਨਾਲ ਆਪਾਂ ਇਵੈਪੋਰੇਟ ਕਰਤੇ ਹੀਟ ਕਰਕੇ, ਯਾਨੀ ਕਿ ਪਿੱਛੇ ਇਕੱਲੇ ਕੀ ਰਹਿ ਗਏ? ਸੋਲਿਡਸ। ਵਾਟਰ ਕੰਟੈਂਟ ਦਾ ਫਾਰਮੂਲਾ ਕੱਲ ਆਪਾਂ ਕੀ ਪੜਿਆ ਸੀਗਾ? weight of water over weight of solids। ਹੁਣ weight of water ਕਿੰਨਾ ਹੋਊਗਾ? ਜਿੰਨਾ weight loss ਹੋ ਗਿਆ W1 minus W2, ਇਹ ਆਪਣੇ ਕੋਲੇ weight of water ਨਿਕਲਿਆ ਹੈ। weight of solids ਕੀ ਹੋਊਗਾ? W2। ਇਹਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਹੈ, ਜੇ ਆਪਾਂ ਨੂੰ weight ਜਿਹੜਾ ਗਿਵਨ ਹੋਊਗਾ W1 ਐਂਡ W2, ਜੇ ਉਹ weight ਆਪਾਂ ਨੂੰ ਸੈਂਪਲਰ ਦੇ ਨਾਲ ਦਿੱਤਾ ਹੋਇਆ, ਜਿਹੜੀ ਵੀ ਕੌਲੀ ਦੇ ਵਿੱਚ ਕੰਟੇਨਰ ਦੇ ਵਿੱਚ ਆਪਾਂ ਇਸ ਸੈਂਪਲ ਨੂੰ ਪਲੇਸ ਕੀਤਾ ਸੀ, ਜੇ ਉਹਦਾ weight ਵਿੱਚ ਇਨਕਲੂਡਡ ਦਿੱਤਾ ਹੋਇਆ ਤਾਂ ਪਹਿਲਾਂ ਉਸ weight ਨੂੰ ਸਬਟਰੈਕਟ ਕਰ ਲੈਣਾ ਹੈ। W1 ਦੇ ਵਿੱਚੋਂ ਵੀ ਉਹ weight ਆਫ ਸੈਂਪਲਰ ਸਬਟਰੈਕਟ ਕਰਕੇ ਓਰੀਜਨਲ weight ਕੱਢ ਲੈਣਾ ਹੈ। W2 ਦੇ ਵਿੱਚੋਂ ਵੀ weight ਆਫ ਸੈਂਪਲਰ ਨੂੰ ਪਹਿਲਾਂ ਸਬਟਰੈਕਟ ਕਰ ਲੈਣਾ ਹੈ। ਕਲੀਅਰ? ਇਹ ਗੱਲ ਦਾ ਧਿਆਨ ਰੱਖਣਾ ਆਪਾਂ। ਇਹ ਸੀਗਾ ਓਵਨ ਡਰਾਇੰਗ ਮੈਥਡ। ਜਿਹੜੇ ਵੀ ਆਪਾਂ ਵਾਟਰ ਕੰਟੈਂਟ ਡਿਟਰਮੀਨੇਸ਼ਨ ਦੇ ਮੈਥਡ ਪੜ੍ਹਨੇ ਆ, ਇਹਨਾਂ ਵਿੱਚ ਬੇਸਿਕਲੀ ਆਪਾਂ ਕਰਨਾ ਕੀ ਹੈ, ਕੋਈ ਵੀ ਇੱਕ ਸੈਂਪਲ ਲੈਣਾ, ਉਹਨੂੰ ਹੀਟ ਕਰ ਲੈਣਾ। ਹੀਟ ਕਰਨ ਤੋਂ ਬਾਅਦ ਉਹਦੇ ਵਿੱਚੋਂ ਵਾਟਰ ਨਿਕਲ ਜੂਗਾ, ਜਿੰਨਾ weight ਦੇ ਵਿੱਚ ਲਾਸ ਹੋ ਗਿਆ ਉਹਨੂੰ weight ਆਫ ਵਾਟਰ ਦੇ ਥਾਂ ਤੇ ਪੁੱਟ ਕਰ ਦੇਣਾ। ਹੀਟ ਕਰਨ ਤੋਂ ਬਾਅਦ ਡਰਾਈ weight ਜਿੰਨਾ ਬਚ ਗਿਆ ਉਹਨੂੰ W2 ਦੀ ਥਾਂ ਤੇ ਪੁੱਟ ਕਰ ਦੇਣਾ। ਕਲੀਅਰ? ਤਾਂ ਉਹਨਾਂ ਦੀ ਰੇਸ਼ੋ ਆਪਾਂ ਨੂੰ ਕੀ ਦੇ ਦੂਗੀ? ਵਾਟਰ ਕੰਟੈਂਟ। मूव ऑन करते हैं अपने नेक्स्ट मेथड के ऊपर, दैट इज टॉर्जन बैलेंस मेथड।
ਟੋਰਜ਼ਨ ਬੈਲੈਂਸ ਮੈਥਡ ਦੇ ਵਿੱਚ ਜਿਹੜੀ ਆਪਾਂ ਵੇਟ ਕਰਨ ਦੇ ਲਈ ਡਿਵਾਈਸ ਯੂਜ਼ ਕਰਦੇ ਆ ਉਹ ਹੁੰਦੀ ਹੈ ਟੋਰਜ਼ਨ ਬੈਲੈਂਸ। ਇਹਦੇ ਵਿੱਚ ਹੀਟ ਕਰਨ ਦੇ ਲਈ ਆਪਾਂ ਇਨਫਰਾਰੈਡ ਰੇਜ਼ ਯੂਜ਼ ਕਰਦੇ ਆ। ਇੱਕ ਲੈਂਪ ਲੱਗਿਆ ਹੁੰਦਾ ਜਿਹੜਾ ਕਿ ਇਨਫਰਾਰੈਡ ਰੇਜ਼ ਛੱਡਦਾ। ਇਨਫਰਾਰੈਡ ਰੇਜ਼ ਸੈਂਪਲ ਨੂੰ ਹੀਟ ਕਰਦੀਆਂ ਨੇ। ਸੈਂਪਲ ਦੇ ਹੀਟ ਹੋਣ ਤੋਂ ਬਾਅਦ ਉਹਦੇ ਵਿੱਚ ਜਿਹੜਾ ਵੀ ਵਾਟਰ ਹੁੰਦਾ ਉਹ ਵੈਪੋਰੇਟ ਹੋ ਜਾਂਦਾ ਹੈ। ਫਿਰ ਆਪਾਂ ਸੇਮ ਫਾਰਮੂਲਾ ਯੂਜ਼ ਕਰਾਂਗੇ ਜਿਹੜਾ ਪਿਛਲੇ ਰਿਲੇਸ਼ਨ ਦੇ ਵਿੱਚ ਯੂਜ਼ ਕੀਤਾ ਹੈ। ਇਹਦੇ ਵਿੱਚ ਧਿਆਨ ਕੀ ਰੱਖਣਾ ਹੈ, ਜਿਹੜਾ ਟੋਰਜ਼ਨ ਬੈਲੈਂਸ ਯੂਜ਼ ਹੁੰਦਾ। ਸੈਕੰਡ ਥਿੰਗ ਕੀ ਹੈ, ਇਨਫਰਾਰੈਡ ਰੇਜ਼ ਯੂਜ਼ ਹੁੰਦੀਆਂ ਹੀਟ ਕਰਨ ਦੇ ਲਈ। ਕਲੀਅਰ। ਟੋਰਜ਼ਨ ਬੈਲੈਂਸ ਇੱਕ ਬਹੁਤ ਐਕੂਰੇਟ ਡਿਵਾਈਸ ਹੁੰਦੀ ਹੈ weight ਮੈਜ਼ਰਮੈਂਟ ਕਰਨ ਦੇ ਲਈ ਜਾਂ ਚੇਂਜ ਇਨ weight ਮੈਜ਼ਰ ਕਰਨ ਦੇ ਲਈ। ਕਲੀਅਰ। ਥਰਡ ਜਿਹੜਾ ਆਪਾਂ ਮੈਥਡ ਯੂਜ਼ ਕਰਨਾ ਹੈ, ਜਿਹੜਾ ਆਪਾਂ ਮੈਥਡ ਯੂਜ਼ ਕਰਦੇ ਹਾਂ that is ਪਿਕਨੋਮੀਟਰ ਮੈਥਡ। ਪਿਕਨੋਮੀਟਰ ਮੈਥਡ, ਪਿਕਨੋਮੀਟਰ ਇੱਕ ਬੋਟਲ ਹੁੰਦੀ ਹੈ ਜਿਹਦਾ ਕਿ ਵੋਲਿਊਮ 900 ml ਹੁੰਦਾ ਜਾਂ ਜਿਹਨੂੰ ਆਪਾਂ 900 cc ਵੀ ਬੋਲਦੇ ਨੇ, 900 cc 900 ml ਹੁੰਦਾ। ਇਹਦੇ ਉੱਪਰ ਇੱਕ ਕੌਨਿਕਲ ਕਵਰ ਹੁੰਦਾ ਹੈਗਾ। ਕੌਨਿਕਲ ਕਵਰ ਦੇ ਨਾਲ ਇਹਨੂੰ ਉੱਪਰੋਂ ਆਪਾਂ ਢੱਕਿਆ ਹੋਇਆ ਹੁੰਦਾ। ਇਸ ਪ੍ਰੋਸੈਸ ਨੂੰ ਕਰਨ ਦੇ ਨੂੰ ਆਪਾਂ 4 ਸਟੈਪਸ ਯੂਜ਼ ਕਰਦੇ ਹਾਂ। ਪਿਕਨੋਮੀਟਰ ਮੈਥਡ ਦੇ ਲਈ 4 ਸਟੈਪਸ ਯੂਜ਼ ਹੁੰਦੇ ਆ। ਸਭ ਤੋਂ ਪਹਿਲਾਂ ਆਪਾਂ W1 ਵੇਟ ਲੈਣੇ ਆ ਜਦੋਂ ਸੈਂਪਲਰ ਪੂਰੀ ਤਰ੍ਹਾਂ ਨਾਲ ਐਮਪਟੀ ਹੋਗਾ। W1 ਵੇਟ ਲਵਾਂਗੇ। ਕਲੀਅਰ। ਫਿਰ ਆਪਾਂ ਸੈਕੰਡ ਟਾਈਮ ਲੈਣੇ ਆ ਜਦੋਂ ਇਹਦੇ ਵਿੱਚ ਖਾਲੀ ਸੈਂਪਲਰ ਸੀ ਜਿਹੜਾ, ਉਹਦੇ ਵਿੱਚ ਆਪਾਂ ਡਰਾਈ ਸੋਇਲ ਲੈ ਲੈਣੇ ਆ। ਉਸ ਡਰਾਈ ਸੋਇਲ ਦਾ ਵੇਟ ਲੈਂਦੇ ਨੇ ਲਾਈਕ ਦਿਸ। ਕੋਈ ਵੀ ਆਪਣੇ ਕੋਲ ਪਿਕਨੋਮੀਟਰ ਸੀਗਾ, ਸੇਮ ਪਿਕਨੋਮੀਟਰ ਦੇ ਵਿੱਚ ਮੈਂ ਹੁਣ ਕੁਝ ਡਰਾਈ ਸੋਇਲ ਲੈ ਲਈ ਜਿਹਦਾ ਵੇਟ ਲੈ ਲਿਆ W2। ਕਲੀਅਰ। ਤੀਸਰੇ ਸਟੈਪ ਉੱਤੇ ਕੀ ਕਰਦੇ ਨੇ, ਉਸੇ ਪਿਕਨੋਮੀਟਰ ਦੇ ਵਿੱਚ ਜਿਹਦੇ ਵਿੱਚ ਆਪਾਂ ਡਰਾਈ ਸੋਇਲ ਲਈ ਸੀ ਉਹਦੇ ਵਿੱਚ ਵਾਟਰ ਫਿਲ ਕਰਨਾ ਸ਼ੁਰੂ ਕਰ ਦਿੰਦੇ ਨੇ। ਜਦੋਂ ਇਹ ਪੂਰੀ ਤਰ੍ਹਾਂ ਨਾਲ ਫਿਲ ਹੋ ਜਾਂਦਾ ਵਾਟਰ ਦੇ ਨਾਲ, ਨੀਚੇ ਕੁਝ ਮੇਰੇ ਕੋਲ ਡਰਾਈ ਸੋਇਲ ਸੀ ਪਹਿਲਾਂ, ਹੁਣ ਉਹਦੇ ਵਿੱਚ ਵਾਟਰ ਫਿਲ ਹੋ ਗਿਆ ਹੋਊਗਾ, ਫਿਰ ਤੋਂ ਵੇਟ ਲੈ ਲੈਂਦੇ ਨੇ W3। ਕਲੀਅਰ। W4 ਵੇਟ ਲੈਂਦੇ ਨੇ। ਸਾਰੇ ਦੇ ਸਾਰੇ ਸੈਂਪਲਰ ਨੂੰ ਪੂਰੀ ਤਰ੍ਹਾਂ ਨਾਲ ਐਮਪਟੀ ਕਰ ਲੈਂਦੇ ਨੇ। ਐਮਪਟੀ ਕਰਨ ਤੋਂ ਬਾਅਦ ਜਦੋਂ ਸੈਂਪਲਰ ਪੂਰੀ ਤਰ੍ਹਾਂ ਖਾਲੀ ਹੋ ਗਿਆ ਫਿਰ ਉਹਦੇ ਵਿੱਚ ਡਿਸਟਿਲਡ ਵਾਟਰ ਭਰਦੇ ਨੇ, ਸਾਫ਼ ਪਾਣੀ, ਤੇ ਫਿਰ ਉਹਦਾ ਵੇਟ ਲੈ ਲੈਂਦੇ ਨੇ W4। ਇਸ ਤੋਂ ਬਾਅਦ ਆਪਾਂ ਇੱਕ ਰਿਲੇਸ਼ਨ ਯੂਜ਼ ਕਰਦੇ ਹਾਂ। ਉਸ ਰਿਲੇਸ਼ਨ ਨੂੰ ਯਾਦ ਰੱਖਣ ਦੀ ਟ੍ਰਿਕ ਵੀ ਮੈਂ ਤੁਹਾਨੂੰ ਦੱਸੂਗਾ, ਪਰ ਉਸ ਤੋਂ ਪਹਿਲਾਂ ਇੱਕ ਗੱਲ ਦਾ ਧਿਆਨ ਰੱਖਣਾ ਹੈ, ਜਿਹੜਾ ਪਿਕਨੋਮੀਟਰ ਮੈਥਡ ਹੈ ਸਿਰਫ ਉਸੇ ਕੇਸ 'ਚ ਯੂਜ਼ ਹੋ ਸਕੂਗਾ ਇਨ ਵਿਚ ਕੇਸ ਆਪਾਂ ਨੂੰ ਜਿਹੜੀ ਸੋਇਲ ਦੀ ਸਪੈਸੀਫਿਕ ਗ੍ਰੈਵਿਟੀ ਹੈ, ਸਪੈਸੀਫਿਕ ਗ੍ਰੈਵਿਟੀ ਆਫ ਸੋਲਿਡਸ ਹੈ, ਉਹ ਆਪਾਂ ਨੂੰ ਐਗਜ਼ੈਕਟਲੀ ਕੀ ਹੋਊਗੀ, ਨੋਨ ਹੋਊਗੀ। ਕਲੀਅਰ। ਤਾਂ ਹੁਣ ਇਸ ਮੈਥਡ ਦੇ ਵਿੱਚ ਜਿਹੜਾ ਆਪਾਂ ਵਾਟਰ ਕੰਟੈਂਟ ਕੱਢਣ ਦੇ ਲਈ ਰਿਲੇਸ਼ਨ ਯੂਜ਼ ਕਰਦੇ ਹਾਂ, ਉਹ ਰਿਲੇਸ਼ਨ ਕਿਹੜਾ ਹੁੰਦਾ, ਦੇਖੋ ਸਭ ਤੋਂ ਪਹਿਲਾਂ ਤਾਂ ਇੱਕ ਪੈਟਰਨ ਬਣਾਉਣਾ ਹੈ। W1 W2 W3 W4। ਜੇ ਤੁਸੀਂ ਧਿਆਨ ਦਿਓਗੇ ਤਾਂ ਮੈਂ ਇਹਨੂੰ ਇਦਾਂ ਕਲੀਅਰ ਕਲੌਕਵਾਈਜ਼ ਡਾਇਰੈਕਸ਼ਨ 'ਚ ਲਿਖਿਆ W1 ਵਿੱਚ ਆ ਗਿਆ ਮਾਈਨਸ ਦਾ ਸਾਈਨ। ਜੇ ਤੁਸੀਂ ਉਹਨੂੰ ਐਂਟੀ ਕਲੌਕਵਾਈਜ਼ ਡਾਇਰੈਕਸ਼ਨ 'ਚ ਲਿਖੋਗੇ ਫਿਰ ਵੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ, ਪਰ ਇਹਨਾਂ ਦਾ ਇੱਕ ਡਾਇਰੈਕਸ਼ਨ ਬਣਨੀ ਚਾਹੀਦੀ ਹੈ, W1 W2 W3 W4 ਜਾਂ W1 W2 W3 W4, ਤਾਂ ਵੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ। ਉਹਦੇ ਕੇਸ 'ਚ ਕੀ ਹੋਊਗਾ, ਮਾਈਨਸ ਸਾਈਨ ਆਪਣੇ ਆਪ ਉੱਪਰ ਨੀਚੇ ਬੈਲੈਂਸ ਕਰ ਦੂਗਾ। ਕਲੀਅਰ। ਇਸ ਤੋਂ ਬਾਅਦ ਮਲਟੀਪਲਾਈ G -1 over G, G -1 over G, फिर तो बार -1, ये अपने को की आ जाऊगा रिलेशन आ जाऊगा फॉर द वाटर कंटेंट। क्लियर। एक बार फिर तो मैं इधर खुला करके लिख देना इस रिलेशन। इस रिलेशन दे विच पहला तो ध्यान रखना, याद रखने के लिए पहला तो जेडे आह चारे ने इन्होंने एक सीरीज दे विच लिखना है, W1 W2 W3 सॉरी 1 2 3 4 एक पैटर्न G -1 over G -1। ਇਹਦੇ ਨਾਲ ਆਪਣੇ ਕੋਲੇ ਵਾਟਰ ਕੰਟੈਂਟ ਕੈਲਕੂਲੇਟ ਹੋ ਜਾਂਦਾ ਹੈ, ਬਟ ਇਹ ਰਿਲੇਸ਼ਨ ਸਿਰਫ ਤਾਂ ਹੀ ਅਪਲਾਈ ਹੋ ਪਾਊਗਾ ਜੇ ਆਪਾਂ ਨੂੰ G ਹੈ ਜਿਹੜੀ ਸੋਇਲ ਦੀ ਸਪੈਸੀਫਿਕ ਗ੍ਰੈਵਿਟੀ ਆ ਉਹ ਕੰਪਲੀਟਲੀ ਕੀ ਹੋਊਗੀ, ਨੋਨ ਹੋਊਗੀ। ਕਲੀਅਰ। ਇਹ ਗੱਲ ਦਾ ਧਿਆਨ ਰੱਖਣਾਗਾ, ਇਹ ਮੈਥਡ ਸਿਰਫ ਤਾਂ ਹੀ ਯੂਜ਼ ਹੋ ਪਾਊਗਾ ਜੇ G ਆਪਣੇ ਕੋਲੇ ਨੋਨ ਹੈ। ਇਨ ਸੈਕੰਡ ਕੇਸ ਜੇ ਆਪਾਂ ਨੂੰ ਵਾਟਰ ਕੰਟੈਂਟ ਪਤਾ ਹੋਊਗਾ
ਤਾਂ ਉਹਦੇ ਤੋਂ ਆਪਾਂ G ਵੀ ਕੱਢ ਸਕਦੇ ਹਾਂ। ਤਾਂ ਆਹੀ ਜਿਹੜਾ ਪਿਕੋਨੋਮੀਟਰ ਮੈਥਡ ਹੋਊਗਾ ਇਹਨੂੰ ਹੀ ਆਪਾਂ ਵਾਟਰ ਕੰਟੈਂਟ ਦੇ ਨਾਲ G ਕੱਢਣ ਲਈ ਵੀ ਯੂਜ਼ ਕਰ ਸਕਦੇ ਹਾਂ ਜੇ ਦੋਨਾਂ ਚੋਂ ਇੱਕ ਚੀਜ਼ ਆਪਾਂ ਨੂੰ ਪਤਾ ਹੋਊਗੀ। ਕਲੀਅਰ? ਮੂਵਿੰਗ ਔਨ ਟੂ ਆਵਰ ਨੈਕਸਟ ਮੈਥਡ, that is sand bath method। maybe ਤੁਸੀਂ ਸਾਰਿਆਂ ਨੇ ਇਹਦਾ ਸੁਣਿਆ ਵੀ ਹੋਊਗਾ ਨਾਮ ਪਹਿਲਾਂ, sand bath method। ਤੁਸੀਂ ਸਾਰਿਆਂ ਨੇ ਇਹਨੂੰ ਪ੍ਰੈਕਟੀਕਲੀ ਦੇਖਿਆ ਵੀ ਹੈ। ਮੇਬੀ ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ ਵੀ ਜਿਹੜੇ ਭੱਠੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਆਪਣੇ ਪੌਪਕੌਰਨਸ ਪਹਿਲਾਂ ਮਿਲਦੇ ਸੀ ਨਾ, ਮੱਕੀ ਦੇ ਦਾਣੇ, ਉਹਨਾਂ ਨੂੰ ਭੁੰਨਣ ਦੇ ਲਈ ਸੈਂਡ ਬਾਥ ਮੈਥਡ ਆਪਾਂ ਯੂਜ਼ ਕਰਦੇ ਸੀਗੇ। ਕਿਵੇਂ? ਉਹ ਛੋਟੀ ਜਿਹੀ ਕੜਾਹੀ ਹੁੰਦੀ ਸੀ, ਕੜਾਹੀ ਦੇ ਵਿੱਚ ਉਹਨਾਂ ਨੇ ਸੈਂਡ ਰੱਖੀ ਹੁੰਦੀ ਸੀ, ਸੈਂਡ ਨੂੰ ਹੀਟ ਕਰਦੇ ਹੁੰਦੇ ਸੀਗੇ, ਹਨਾ। ਤਾਂ ਉਹ ਸੈਂਡ ਬਾਥ ਮੈਥਡ ਸੇਮ ਮੈਥਡ ਹੈ। ਇਹਦੇ ਵਿੱਚ ਕੀ ਕਰਦੇ ਨੇ, ਇੱਕ ਕੈਰੋਸੀਨ ਸਟੋਵ ਲੈ ਲੈਂਦੇ ਆ, ਕੈਰੋਸੀਨ ਸਟੋਵ। ਕਲੀਅਰ? ਇੱਕ ਫੀਲਡ ਮੈਥਡ ਹੈ, ਇਹਨੂੰ ਫੀਲਡ 'ਚ ਆਪਾਂ ਯੂਜ਼ ਕਰਦੇ ਹਾਂ। ਕੈਰੋਸੀਨ ਸਟੋਵ ਲੈਂਦੇ ਨੇ, ਉਹਦੇ ਉੱਪਰ ਇੱਕ ਕੰਟੇਨਰ ਪਲੇਸ ਕਰਦੇ ਨੇ ਜਿਹਦੇ ਵਿੱਚ ਸੈਂਡ ਭਰੀ ਹੁੰਦੀ ਹੈ, ਵੱਡੇ ਕੰਟੇਨਰ ਦੇ ਵਿੱਚ। ਫਿਰ ਉਹਦੇ ਵਿੱਚ ਛੋਟੇ ਛੋਟੇ ਆਪਣੇ ਸੈਂਪਲਰਸ ਪਲੇਸ ਕਰਦੇ ਨੇ ਜਿਨ੍ਹਾਂ ਦਾ ਆਪਾਂ ਨੂੰ weight ਨੋਨ ਹੁੰਦਾ ਹੈ। ਸੈਂਪਲਰਸ ਫਿਲਡ ਵਿਦ ਸੋਇਲ ਉਹਦੇ ਵਿੱਚ ਆਪਾਂ ਕੀ ਕਰ ਦਿੰਦੇ ਹਾਂ, ਪਲੇਸ ਕਰਦੇ ਹਾਂ, ਜਿਨ੍ਹਾਂ ਦਾ weight ਆਪਾਂ ਨੂੰ ਐਗਜ਼ੈਕਟਲੀ ਨੋਨ ਹੁੰਦਾ ਹੈ। ਹੀਟ ਕਰਦੇ ਨੇ 4 ਘੰਟਿਆਂ ਦੇ ਲਈ, ਜਾਂ ਆਪਣੇ ਟਾਈਮ ਡਿਪੈਂਡ ਕਰੂਗਾ ਵੀ ਆਪਾਂ ਜਿਹੜੀ ਸੋਇਲ ਨੂੰ ਚੈੱਕ ਕਰਨਾ ਉਹ ਸੋਇਲ ਦੀ ਕੁਆਲਿਟੀਜ਼ ਕਿੱਦਾਂ ਦੀਆਂ ਨੇ। ਜੇ ਸੈਂਡੀ ਸੋਇਲ ਹੋਊਗੀ ਜਲਦੀ ਰਿਜ਼ਲਟ ਦੇ ਦੂਗੀ, ਜੇ ਕਲੇਈ ਸੋਇਲ ਹੋਊਗੀ ਤਾਂ ਜ਼ਿਆਦਾ ਟਾਈਮ ਲਈ ਹੀਟ ਕਰਾਂਗੇ। ਤਾਂ ਉਸ ਤੋਂ ਬਾਅਦ ਕੀ ਕੀਤਾ, ਉਹਨੂੰ ਹੀਟ ਕੀਤਾ। ਹੀਟ ਕਰਨ ਤੋਂ ਬਾਅਦ ਫਿਰ ਤੋਂ ਆਪਣਾ ਜਿਹੜਾ ਟੈਂਪਰੇਚਰ ਹੋਊਗਾ, ਟੈਂਪਰੇਚਰ ਚੇਂਜ ਦੇ ਨਾਲ ਵਾਟਰ ਕੀ ਕਰੂਗਾ, ਇਵੈਪੋਰੇਟ ਹੋਊਗਾ। ਵਾਟਰ ਦੇ ਇਵੈਪੋਰੇਟ ਹੋਣ ਤੋਂ ਬਾਅਦ ਜਿਹੜਾ ਆਪਣਾ ਵਾਟਰ ਕੰਟੈਂਟ ਹੈ ਉਹ ਕੈਲਕੂਲੇਟ ਕਰ ਸਕਦੇ ਹਾਂ। ਕਿਵੇਂ? ਸੇਮ ਪਹਿਲੇ ਵਾਲਾ ਫਾਰਮੂਲਾ ਜਿਹੜਾ ਆਪਾਂ ਓਵਨ ਡਰਾਇੰਗ ਮੈਥਡ 'ਚ ਪੜਿਆ ਸੀਗਾ, ਆਹੀ ਫਾਰਮੂਲਾ ਸੀਗਾ। ਚੇਂਜ ਇਨ weight ਕੀ ਦੇ ਦੂਗਾ, ਵਾਟਰ ਕੰਟੈਂਟ ਡਿਵਾਈਡਡ ਬਾਈ W2 ਜਿਹੜਾ ਆਪਣਾ ਫਾਈਨਲ weight ਆ ਜਾਊਗਾ ਇਹਨੂੰ ਹੀਟ ਕਰਨ ਤੋਂ ਬਾਅਦ। ਫਿਰ ਤੋਂ ਰਿਪੀਟ ਕਰ ਰਹੇ ਸੈਂਡ ਬਾਥ ਮੈਥਡ 'ਚ ਕੀ ਕੀਤਾ, ਇੱਕ ਵੱਡਾ ਕੰਟੇਨਰ ਲਿਆ ਜਿਹਦੇ ਵਿੱਚ ਸੈਂਡ ਭਰੀ ਹੋਈ ਸੀ। ਸੈਂਡ ਦੇ ਵਿੱਚ ਆਪਾਂ ਆਪਣੇ ਸੈਂਪਲਰ ਪਲੇਸ ਕੀਤੇ ਜਿਹਦੇ ਵਿੱਚ ਆਪਣੀ ਮਿੱਟੀ ਜਿਹਦਾ ਆਪਾਂ ਵਾਟਰ ਕੰਟੈਂਟ ਫਾਈਂਡ ਆਊਟ ਕਰਨਾ ਉਹ ਪਾਈ ਹੋਈ ਸੀ। ਨੀਚੇ ਕੈਰੋਸਿਨ ਸਟੋਵ ਨਾਲ ਉਹਨੂੰ ਹੀਟ ਕੀਤਾ। ਸੈਂਡ ਹੀ ਕਿਉਂ ਯੂਜ਼ ਕੀਤੀ, ਕਿਉਂਕਿ ਸੈਂਡ ਸਾਰੇ ਸੈਂਪਲਰ ਨੂੰ ਯੂਨੀਫਾਰਮਲੀ ਹੀਟ ਕਰਦੀ ਹੈ, ਸਾਰੇ ਪਾਸਿਓਂ ਬਰਾਬਰ ਬਰਾਬਰ ਹੀਟ ਕਰਦੀ ਹੈ। ਤੇ ਉਹ ਬਰਾਬਰ ਹੀਟ ਕਰਨ ਨਾਲ ਕੀ ਹੁੰਦਾ, ਜਿਹੜੇ ਮੇਰੇ ਸੋਇਲ ਸੈਂਪਲਰਸ ਹੁੰਦੇ ਨੇ ਉਹਦੇ ਵਿੱਚੋਂ ਜਿਹੜੀ ਵਾਟਰ ਦੀ ਐਮਿਸ਼ਨ ਹੁੰਦੀ ਹੈ, ਵਾਟਰ ਦੀ ਇਵੈਪੋਰੇਸ਼ਨ ਹੁੰਦੀ ਹੈ, ਉਹ ਯੂਨੀਫਾਰਮ ਹੁੰਦੀ ਹੈ। ਕਲੀਅਰ? ਤਾਂ W1 W2 over W2 ਕਰਕੇ ਆਪਣੇ ਕੋਲੇ ਕੀ ਨਿਕਲਿਆ, ਵਾਟਰ ਕੰਟੈਂਟ। ਕਲੀਅਰ? ਨੈਕਸਟ ਜਿਹੜਾ ਆਪਾਂ ਮੈਥਡ ਪੜ੍ਹਨਾ ਹੈ ਕੈਲਸ਼ੀਅਮ ਕਾਰਬਾਈਡ ਮੈਥਡ। ਕੈਲਸ਼ੀਅਮ ਕਾਰਬਾਈਡ ਇੱਕ ਕੈਮੀਕਲ ਹੁੰਦਾ ਜਿਹੜਾ ਕਿ ਮੋਇਸਚਰ ਨਾਲ ਹਾਈਲੀ ਰਿਐਕਟਿਵ ਹੁੰਦਾ ਹੈ। ਇਹਨੂੰ ਜੇ ਆਪਾਂ ਐਟਮੋਸਫੀਅਰ ਦੇ ਵਿੱਚ ਵੀ ਇੱਦਾਂ ਹੱਥ 'ਚ ਪਕੜ ਕੇ ਹੋਲਡ ਕਰ ਲਈਏ ਤਾਂ ਇਹ ਹਵਾ ਦੇ ਵਿੱਚੋਂ ਮੋਇਸਚਰ ਅਬਜ਼ੌਰਬ ਕਰਨਾ ਸ਼ੁਰੂ ਕਰ ਦਿੰਦਾ। ਇਹਦਾ ਫਾਰਮੂਲਾ ਹੁੰਦਾ CaC2। ਇਹਨੂੰ ਆਪਾਂ ਸੋਇਲ ਸੈਂਪਲ 'ਚ ਪਲੇਸ ਕਰਦੇ ਹਾਂ। ਜਿਹੜਾ ਇੱਕ ਸਪੈਸ਼ਲ ਇਕੁਇਪਮੈਂਟ ਯੂਜ਼ ਹੁੰਦਾ ਹੈ ਇਸ ਪ੍ਰੋਸੈਸ ਨੂੰ ਕੰਟੀਨਿਊ ਕਰਵਾਉਣ ਦੇ ਲਈ, ਉਹਦੇ ਵਿੱਚ ਕੀ ਹੁੰਦਾ, ਉੱਪਰ 2 ਗੌਜੇਸ ਲੱਗੇ ਹੁੰਦੇ ਨੇ। ਜਿਹੜੇ ਗੌਜੇਸ ਕੀ ਕਰਦੇ ਨੇ, ਜਿਹੜੀ ਗੈਸ ਪ੍ਰੋਡਿਊਸ ਹੁੰਦੀ ਹੈ ਉਹਦਾ ਪ੍ਰੈਸ਼ਰ ਮੈਜ਼ਰ ਕਰਦੇ ਨੇ। ਉਹਦੇ ਹੀ ਬੇਸ ਦੇ ਉੱਪਰ ਜਿਹੜਾ ਸੈਕੰਡ ਗੌਜ ਹੁੰਦਾ ਉਹ ਆਪਾਂ ਨੂੰ ਵਾਟਰ ਕੰਟੈਂਟ ਦੀ ਰੀਡਿੰਗ ਪ੍ਰੋਵਾਈਡ ਕਰਦਾ ਹੈ। CaC2 ਪਲੱਸ ਵਾਟਰ। ਕਲੀਅਰ? ਤਾਂ ਇਸ ਤੋਂ ਬਾਅਦ ਇੱਕ ਕਿਹੜੀ ਰਿਐਕਸ਼ਨ ਹੁੰਦੀ ਹੈ ਉਹਦੇ 'ਚ ਪ੍ਰੋਡਿਊਸ ਹੁੰਦੀ ਹੈ, ਇੱਕ ਤਾਂ CaOH2 ਕੈਲਸ਼ੀਅਮ ਹਾਈਡਰੋਕਸਾਈਡ ਪਲੱਸ HC2H2। ਕਲੀਅਰ? ਤੇ 2 ਯੂਜ਼ ਹੁੰਦੇ ਨੇ C2H2। ਆ ਜਿਹੜੀ ਗੈਸ ਹੁੰਦੀ ਹੈ ਇਹਨੂੰ ਐਸੀਟਾਈਲੀਨ ਗੈਸ ਬੋਲਦੇ ਆ। ਐਸੀਟਾਈਲੀਨ ਗੈਸ, ਐਸੀਟਾਈਲੀਨ ਗੈਸ ਆਪਣੇ ਚੈਂਬਰ ਨੂੰ ਛੱਡ ਕੇ ਉੱਡਣ ਦੀ ਕੋਸ਼ਿਸ਼ ਕਰੂਗੀ। ਇਸ ਗੈਸ ਦਾ ਪ੍ਰੈਸ਼ਰ ਜਿਹੜਾ ਬਿਲਡ ਹੋਊਗਾ, ਉੱਪਰ ਲੱਗੇ ਗੌਜਿਸ ਉਹਨੂੰ ਮੈਜ਼ਰ ਕਰਨਗੇ, ਪ੍ਰੈਸ਼ਰ ਆਪਣਾ ਮੈਜ਼ਰ ਹੋ ਜਾਊਗਾ। ਪ੍ਰੈਸ਼ਰ ਦੇ ਬੇਸ ਦੇ ਉੱਪਰ ਹੀ ਆਪਾਂ ਇਹ ਪ੍ਰੈਡਿਕਟ ਕਰਾਂਗੇ ਵੀ ਜਿਹੜੇ ਵੀ ਆਪਾਂ ਉੱਥੇ ਸੈਂਪਲ ਰੱਖਿਆ, ਜਿਹੜਾ ਵੀ ਆਪਾਂ ਸੈਂਪਲਰ ਯੂਜ਼ ਕਰ ਰਹੇ ਹਾਂ ਉਹਦੇ ਵਿੱਚ ਵਾਟਰ ਕੰਟੈਂਟ ਕਿੰਨਾ ਹੈ। ਕਲੀਅਰ? ਇਸ ਤੋਂ ਬਿਨਾਂ ਜਿਹੜੇ ਹੋਰ ਵੀ ਕਈ ਮੈਥਡਸ ਯੂਜ਼ ਕਰਦੇ ਨੇ, ਮੈਥਡਸ ਡਿਪੈਂਡ ਕਰਦੇ ਨੇ ਵੀ ਆਪਾਂ ਹੀਟ ਕਿਹੜੇ ਤਰੀਕੇ ਨਾਲ ਕਰ ਰਹੇ ਹਾਂ। ਜਿਵੇਂ ਕਿ ਰੇਡੀਏਸ਼ਨ ਮੈਥਡ ਹੁੰਦਾ, ਉਹਦੇ ਵਿੱਚ ਆਈਸੋਟੋਪਸ ਯੂਜ਼ ਕਰਦੇ ਨੇ ਅਲੱਗ-ਅਲੱਗ ਹੀਟ ਕਰਨ ਦੇ ਲਈ। ਬਸ ਬੇਸਿਕ ਫਿਨੋਮੀਨਾ ਸੇਮ ਰਹੂਗਾ। ਜਿਹੜਾ ਆਪਣਾ ਸਟਾਰਟਿੰਗ ਵਾਲਾ weight ਹੋਊਗਾ ਉਹ ਮੋਇਸਟ ਸੋਇਲ ਦਾ weight ਹੋਊਗਾ। ਹੀਟ ਕਰਨ ਤੋਂ ਬਾਅਦ ਜਿਹੜਾ weight ਨਿਕਲੂਗਾ ਉਹ ਆਪਣਾ ਡਰਾਈ ਸੋਇਲ ਦਾ weight ਹੋਊਗਾ। ਦੋਨਾਂ ਦਾ ਡਿਫਰੈਂਸ ਆਪਾਂ ਨੂੰ ਦੇ ਦੂਗਾ weight of water present in the sample divided by ਕਰਾਂਗੇ ਆਪਾਂ weight of solids ਦੇ ਨਾਲ ਆਪਣੇ ਕੋਲੇ ਕੀ ਨਿਕਲਿਆ ਹੋਊਗਾ, water content। ਕਲੀਅਰ? ਹੁਣ ਤੱਕ ਆਪਾਂ ਨੇ ਪੜ੍ਹੇ ਨੇ ਮੈਥਡਸ ਵਾਟਰ ਕੰਟੈਂਟ ਕੈਲਕੂਲੇਟ ਕਰਨ ਲਈ। ਬਹੁਤ ਹੀ ਸਿੰਪਲ ਜਿਹੇ ਮੈਥਡ ਸੀਗੇ, ਉਹਦੇ ਵਿੱਚੋਂ ਜ਼ਿਆਦਾ ਕੁਐਸਚਨ ਪੇਪਰ 'ਚ ਪੁੱਛੇ ਵੀ ਨਹੀਂ ਜਾਂਦੇ।
ਹੁਣ ਆਪਾਂ ਪੜ੍ਹਨਾ यूनिट वेट डिटरमिनेशन ਇਹਦੇ ਵਿੱਚੋਂ ਵਾਟਰ ਕੰਟੈਂਟ ਨਾਲੋਂ ਜ਼ਿਆਦਾ ਕੁਐਸਚਨ ਆ ਜਾਂਦੇ ਨੇ ਪੇਪਰ 'ਚ ਕਾਫੀ ਚਾਂਸ ਹੁੰਦੇ ਨੇ ਕੁਐਸਚਨ ਪੁੱਛੇ ਜਾਣ ਦੇ यूनिट वेट डिटरमिनेशन ਦੇ ਵਿੱਚ ਆਪਾਂ ਕੀ ਪੜ੍ਹਿਆ ਸੀ ਵੀ यूनिट वेट ਕਾਹਦੇ ਬਰਾਬਰ ਹੁੰਦਾ ਹੈ weight अपॉन वॉल्यूम ਦੇ क्लियर यानी कि बेसिकली ਆਪਾਂ ਕਰਨਾ ਕੀ ਹੈ weight कैलकुलेट करना है फॉर अ गिवन वॉल्यूम यही अपना मेन पर्पस होगा ਤਾਂ गामा इज इक्वल टू weight अपॉन वॉल्यूम सब तो पहला ਜਿਹੜਾ ਆਪਾਂ ਮੈਥਡ ਯੂਜ਼ ਕਰਦੇ ਹਾਂ that is core cutter method core cutter method में भी ਤੁਸੀਂ ਕਾਲਜ ਚ ਪਰਫਾਰਮ ਵੀ ਕਰਕੇ ਦੇਖਿਆ ਹੋਵੇ core cutter ਇੱਕ ਸਿਲੈਂਡਰੀਕਲ ਸ਼ੇਪ ਦੀ ਡਿਵਾਈਸ ਹੁੰਦੀ ਹੈ ਜਿਹਦਾ ਵੋਲਿਊਮ ਫਿਕਸ ਹੁੰਦਾ ਹੈ 1000 cc 1000 cc ਵੋਲਿਊਮ ਹੁੰਦਾ ਹੈ ਇਹਦਾ ਇਹਨੂੰ ਆਪਾਂ ਸੋਇਲ ਦੇ ਵਿੱਚ ਪੁਸ਼ ਕਰਦੇ ਹਾਂ ਪੁਸ਼ ਕਰਨ ਤੋਂ ਮਤਲਬ ਕੀ ਹੁੰਦਾ ਵੀ ਇਹਨੂੰ ਸੋਇਲ ਦੇ ਵਿੱਚ ਆਪਾਂ ਹੈਮਰ ਦੀ ਹੈਲਪ ਨਾਲ ਡਰਾ ਕਰਦੇ ਹਾਂ ਹੈਮਰ ਦੀ ਹੈਲਪ ਨਾਲ ਉਹਨੂੰ ਅੰਦਰ ਪੁਸ਼ ਕਰਦੇ ਹਾਂ ਸੋਇਲ ਦੇ ਫਿਰ ਉਸ ਤੋਂ ਬਾਅਦ ਉਹਨੂੰ ਬਾਹਰ ਕੱਢ ਲਿਆ ਜਾਂਦਾ ਜਿਹੜੀ ਸੋਇਲ ਉਹਦੇ ਵਿੱਚ ਹੁੰਦੀ ਉਹਦਾ weight ਕਰ ਲਿਆ ਜਾਂਦਾ ਤਾਂ ਹੁਣ ਜਦੋਂ ਆਪਾਂ ਉਹਦਾ weight ਕਰਾਂਗੇ ਤਾਂ ਆਪਣੇ ਕੋਲੇ weight ਕੈਲਕੂਲੇਟ ਹੋ ਜਾਊਗਾ ਜਿਹਦਾ weight W ਹੈ ਤਾਂ ਯਾਨੀ ਕਿ यूनिट weight ਕਾਦੇ ਬਰਾਬਰ ਆ ਜਾਊਗਾ 1000 वॉल्यूम होगा तो यूनिट वेट कादे बराबर होगा वेट अपॉन वॉल्यूम W ओवर 1000 क्लियर बट इस मैथड च ਆਪਾਂ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਹੈ ਇਹ ਮੈਥਡ ਸਿਰਫ ਉਸੇ ਸੋਇਲ ਲਈ ਯੂਜ਼ ਹੋ ਪਾਊਗਾ ਜਿਹੜੀ ਸੋਇਲ ਉਸ ਸੈਂਪਲਰ ਦੇ ਵਿੱਚ ਇਸ ਤਰੀਕੇ ਨਾਲ ਪਿਕ ਕੀਤੀ ਜਾ ਸਕੇ ਫੋਰ ਐਗਜ਼ਾਮਪਲ ਜੇ ਕਲੇਈ ਸੋਇਲ ਹੋਊਗੀ ਸਿਲਟੀ ਸੋਇਲ ਹੋਊਗੀ ਜਿਹੜੀ ਕਿ ਸਟਿਕ ਕਰੂਗੀ ਸੈਂਪਲਰ ਦੇ ਨਾਲ ਉਹਦਾ ਆਪਾਂ ਸੈਂਪਲ ਈਜ਼ੀਲੀ ਪਿਕ ਕਰ ਸਕਦੇ ਹਾਂ ਸੋਇਲ ਦੇ ਵਿੱਚੋਂ ਬਟ ਜੇ ਮੇਰੀ ਸੈਂਡੀ ਸੋਇਲ ਹੋਊਗੀ ਗ੍ਰੈਵਲੀ ਸੋਇਲ ਹੋਊਗੀ ਉਹ ਇੱਕ ਤਾਂ ਮੇਰੇ ਸੈਂਪਲਰ ਨੂੰ ਜਿਹੜਾ ਮੇਰਾ ਕੋਰ ਕਟਰ ਹੋਊਗਾ ਉਹਦੇ ਐਜਸ ਨੂੰ ਵੀ ਡਿਸਟਰਬ ਕਰ ਦੂਗੀ ਪਲੱਸ ਉਹਨੂੰ ਆਪਾਂ ਨੂੰ ਸੋਇਲ ਦੇ ਵਿੱਚੋਂ ਪਿਕ ਕਰਨਾ ਸੈਂਪਲ ਲੈਣਾ ਵੀ ਕੀ ਹੋਊਗਾ ਮੁਸ਼ਕਲ ਹੋਊਗਾ ਕਲੀਅਰ ਕੋਰ ਕਟਰ ਮੈਥਡ ਤੋਂ ਬਾਅਦ ਜੇ ਆਪਾਂ ਨਾਲ ਹੀ ਇਹਦੀ ਡਰਾਈ ਡੈਂਸਿਟੀ ਵੀ ਕੈਲਕੂਲੇਟ ਕਰਨੀ ਹੋਵੇ ਤਾਂ ਉਸੇ ਸੈਂਪਲਰ ਨੂੰ ਜਿਹੜਾ ਆਪਾਂ ਸੈਂਪਲ ਵਿੱਚੋਂ ਕੱਢਿਆ ਸੀ ਉਹਦਾ ਇੱਕ ਛੋਟਾ ਜਿਹਾ weight ਲੈ ਲੈਂਦੇ ਨੇ ਉਹਨੂੰ ਡਰਾਈ ਕਰਨ ਲਈ ਭੇਜ ਦਿੰਦੇ ਨੇ ਤੇ ਫਿਰ ਉਹਦੇ ਵਿੱਚੋਂ ਵਾਟਰ ਕੰਟੈਂਟ ਨਿਕਲ ਆਉਂਦਾ ਵਾਟਰ ਕੰਟੈਂਟ ਨਿਕਲਣ ਤੋਂ ਬਾਅਦ ਡਰਾਈ ਡੈਂਸਿਟੀ ਕਿਵੇਂ ਕੱਢਦੇ ਨੇ ਗਾਮਾ ਬਲਕ ਇਥੋਂ ਆਪਣੇ ਕੋਲ यूनिट weight ਕਿਹੜਾ ਹੋਊਗਾ ਗਾਮਾ ਬਲਕ ਵਾਲਾ ਹੋਊਗਾ ਕਲੀਅਰ ਡਿਵਾਈਡਡ ਬਾਈ 1 ਪਲੱਸ ਵਾਟਰ ਕੰਟੈਂਟ ਕਿਵੇਂ ਕੱਢਿਆ ਜਿਹੜੀ ਇੱਥੋਂ ਸੋਇਲ ਲਈ ਸੀਗੀ ਉਹਦਾ ਹੀ ਛੋਟਾ ਜਿਹਾ ਸੈਂਪਲ ਲਿਆ ਉਸ ਸੈਂਪਲ ਨੂੰ ਆਪਾਂ ਹੀਟ ਕਰਨ ਲਈ ਭੇਜਤਾ ਓਵਨ ਦੇ ਵਿੱਚ ਉਹ ਹੀਟ ਕਰਨ ਤੋਂ ਬਾਅਦ ਉਹ ਤੋਂ ਵਾਟਰ ਕੰਟੈਂਟ ਕੱਢ ਲਿਆ ਫਿਰ ਇਸ ਰਿਲੇਸ਼ਨ ਨੂੰ ਪੁੱਟ ਕਰਕੇ ਕੀਤਾ ਡਰਾਈ ਡੈਂਸਿਟੀ ਕੈਲਕੂਲੇਟ ਕਰ ਲਈ ਕਲੀਅਰ ਇਹ ਆਪਣਾ ਕਿਹੜਾ ਕੇਸ ਸੀਗਾ ਕੋਰ ਕਟਰ ਮੈਥਡ ਦਾ ਨੈਕਸਟ ਜਿਹੜਾ ਆਪਾਂ ਮੈਥਡ ਯੂਜ਼ ਕਰਦੇ ਹਾਂ ਵਾਟਰ ਡਿਸਪਲੇਸਮੈਂਟ ਮੈਥਡ ਜਿਵੇਂ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ ਵਾਟਰ ਨੂੰ ਡਿਸਪਲੇਸ ਕਰਵਾ ਕੇ ਦੇਖਾਂਗੇ ਵਾਟਰ ਡਿਸਪਲੇਸਮੈਂਟ ਮੈਥਡ ਦੇ ਵਿੱਚ ਆਪਾਂ ਕੀ ਕਰਦੇ ਹਾਂ ਕੋਈ ਵੀ ਸੋਇਲ ਦਾ ਸੈਂਪਲ ਲਿਆ ਮੋਸਟਲੀ ਜਿਹੜੀ ਸੋਇਲ ਆਪਾਂ ਲੈਣੀ ਹੁੰਦੀ ਉਹ ਕਲੇਈ ਸੋਇਲ ਲੈਣੀ ਹੁੰਦੀ ਹੈ ਜਿਹਦਾ ਕਿ ਐਗਜ਼ੈਕਟਲੀ ਵੈਲ ਸ਼ੇਪਡ ਇੱਕ ਸੈਂਪਲ ਤਿਆਰ ਕੀਤਾ ਜਾ ਸਕੇ ਸੈਂਪਲ ਲੈ ਕੇ ਉਹਦੇ ਸਾਰੇ ਪਾਸੇ ਪੈਰਾਫਿਨ ਵੈਕਸ ਦੀ ਕੋਟਿੰਗ ਕਰ ਦਿੰਦੇ ਆ ਪੈਰਾਫਿਨ ਵੈਕਸ ਦੀ ਕੋਟਿੰਗ ਕਿਉਂ ਕਰਦੇ ਤੁਹਾਨੂੰ ਕਲੀਅਰ ਹੋਊਗਾ ਨੈਕਸਟ ਸਟੈਪ ਤੇ ਪੈਰਾਫਿਨ ਵੈਕਸ ਦੀ ਕੋਟਿੰਗ ਕਰਤੀ ਪੈਰਾਫਿਨ ਵੈਕਸ ਦੀ ਕੋਟਿੰਗ ਕਰਨ ਤੋਂ ਬਾਅਦ ਇਹਨੂੰ ਇੱਕ ਵਾਟਰ ਬਾਥ 'ਚ ਪਲੇਸ ਕਰਦੇ ਆ ਵਾਟਰ ਬਾਥ 'ਚ ਪਲੇਸ ਕੀਤਾ ਵਾਟਰ ਬਾਥ 'ਚ ਪਲੇਸ ਕਰਨ ਤੋਂ ਬਾਅਦ ਹੁਣ ਜਿਵੇਂ ਇਹਦਾ ਵਾਟਰ ਹੁੰਦਾ ਇਹ ਬਿਲਕੁਲ ਟੌਪ ਤੱਕ ਫਿਲ ਹੁੰਦਾ ਇਸ ਕੰਟੇਨਰ ਦੇ ਵਿੱਚ ਜਿਵੇਂ ਆਪਾਂ ਇਹਨੂੰ ਵਾਟਰ ਬਾਥ 'ਚ ਪਲੇਸ ਕਰਾਂਗੇ ਤਾਂ ਨਾਲ ਦੀ ਨਾਲ ਕੀ ਹੋਊਗਾ ਇੱਥੋਂ ਵਾਟਰ ਬਾਹਰ ਆਉਣਾ ਸ਼ੁਰੂ ਹੋਊਗਾ क्लियर है वाटर को डिस्प्लेस करना शुरू करूंगी वाटर बाहर आना शुरू होगा तो जिवें ही इत्थों वाटर बाहर आया तो वो वाटर ਇਹਦੇ ਵਿੱਚ ਇਕੱਠਾ ਹੋ ਜਾਂਦਾ ਇੱਕ ਬਾਹਰਲੇ ਕੰਟੇਨਰ ਦੇ ਵਿੱਚ ਜਿਹੜਾ ਵੋਲਿਊਮ ਆਫ ਵਾਟਰ ਡਿਸਪਲੇਸਡ ਹੋਊਗਾ ਇਹ ਆਪਾਂ ਕੈਲਕੂਲੇਟ ਕਰ ਲਿਆ ਕਲੀਅਰ ਜਿਹੜਾ ਵੀ ਇਹ ਵੋਲਿਊਮ ਆਫ ਵਾਟਰ ਕੈਲਕੂਲੇਟ ਹੋਊਗਾ ਇਹ ਆਪਾਂ ਨੂੰ ਕੀ ਦੇ ਦੂਗਾ ਦੇਖੋ ਇਹ ਵੋਲਿਊਮ ਆਫ ਵਾਟਰ ਕਾਦੇ ਬਰਾਬਰ ਹੋਊਗਾ ਵੋਲਿਊਮ ਆਫ ਸੋਇਲ ਪਲੱਸ ਕਾਦਾ ਵੋਲਿਊਮ ਇਹਦੇ ਵਿੱਚ वॉल्यूम ऑफ वैक्स भी इंक्लूडेड है वॉल्यूम ऑफ वैक्स इंक्लूडेड है वैक्स ਇੱਥੇ ਆਪਾਂ ਕਿਉਂ ਲਗਾਈ ਸੀ ਤਾਂ ਕਿ ਜਿਹੜਾ ਇਹ ਵਾਟਰ ਹੈ ਉਹ ਸੋਇਲ ਸੈਂਪਲ ਦੇ ਵਿੱਚ ਨਾ ਜਾ ਸਕੇ ਸੋਇਲ ਸੈਂਪਲ ਦੇ ਵਿੱਚ ਐਂਟਰ ਨਾ ਕਰ ਸਕੇ ਕਲੀਅਰ ਹੁਣ ਜਿਹੜਾ ਮੇਰਾ ਇੱਥੇ ਵੋਲਿਊਮ ਆਫ ਸੋਇਲ ਤੇ ਵੋਲਿਊਮ ਆਫ ਵੈਕਸ ਆ ਗਈ ਇਹਦੇ ਵਿੱਚੋਂ ਜੇ ਮੈਂ ਵੋਲਿਊਮ ਆਫ ਵੈਕਸ ਨੂੰ ਸਬਟ੍ਰੈਕਟ ਕਰਦਾ ਤਾਂ ਮਤਲਬ ਕਿ ਮੇਰੇ ਕੋਲੇ ਕੱਲਾ ਵੋਲਿਊਮ ਆਫ ਸੋਇਲ ਰਹਿ ਜਾਊਗਾ
ਤਾਂ ਹੁਣ ਇਸ ਪ੍ਰੋਸੈਸ ਨੂੰ ਮੈਂ ਦੁਬਾਰਾ ਤੋਂ ਦੱਸਣ ਲੱਗਿਆ ਵੋਲਿਊਮ ਆਫ ਵੈਕਸ ਨੂੰ ਕੱਢ ਕੇ ਕਿਵੇਂ ਕੈਲਕੂਲੇਟ ਕਰਦੇ ਆ। ਦੇਖੋ ਸਭ ਤੋਂ ਪਹਿਲਾਂ ਇਹ weight ਲਿਆ W1 weight of soil, ਸੈਂਪਲ ਤਿਆਰ ਕਰਦੇ ਸਾਰੀ weight ਲੈ ਲਿਆ, weight of soil ਨਿਕਲਿਆ। ਫਿਰ W2 weight of sample plus ਜਦੋਂ ਆਪਾਂ ਉਹਦੇ ਉੱਪਰ ਵੈਕਸ ਲਗਾਤੀ, ਵੈਕਸ ਦਾ weight ਆ ਗਿਆ। ਕਲੀਅਰ? ਬਟ ਹੁਣ ਮੈਨੂੰ ਵੈਕਸ ਦਾ weight ਕਿੰਨਾ ਹੋ ਜਾਊਗਾ ਫਿਰ W2 W1 is equal to weight of, ਇਸ ਆਪਾਂ ਵੋਲਿਊਮ ਕੈਲਕੂਲੇਟ ਕਰਨਾ ਹੈ। ਆਪਾਂ ਕੀ ਪੜ੍ਹਦੇ ਹੁੰਦੇ ਸੀਗੇ weight upon volume ਕਾਦੇ ਬਰਾਬਰ ਹੁੰਦਾ ਹੈ ਯੂਨਿਟ weight ਦੇ। ਇਸ ਕੇਸ weight ਵੈਕਸ ਦਾ ਤਾਂ ਯੂਨਿਟ weight ਵੀ ਵੈਕਸ ਦਾ ਹੋਊਗਾ, ਤਾਂ ਵੋਲਿਊਮ ਕਾਦੇ ਬਰਾਬਰ ਆ ਜਾਊਗਾ weight upon ਗਾਮਾ ਵੈਕਸ। weight ਦੀ ਵੈਲਿਊ ਇੱਥੇ ਪੁੱਟ ਕਰ ਦਈਏ, weight ਕੀ ਸੀਗਾ W ਵੈਕਸ, ਤਾਂ ਇੱਥੇ ਆਪਾਂ W ਵੈਕਸ ਹੀ ਪੁੱਟ ਕਰ ਲੈਣੇ ਆ। ਕਲੀਅਰ? W ਵੈਕਸ upon ਗਾਮਾ ਵੈਕਸ ਕੀ ਨਿਕਲਿਆ ਹੈ ਆਪਣੇ ਕੋਲੇ ਵੋਲਿਊਮ ਨਿਕਲਿਆ, ਇਹਨੂੰ ਇੱਥੇ ਪੁੱਟ ਕਰ ਦਈਏ। ਤਾਂ ਯਾਨੀ ਕਿ ਮੇਰੇ ਕੋਲੇ ਵੋਲਿਊਮ ਆਫ ਸੋਇਲ ਕਾਦੇ ਬਰਾਬਰ ਆ ਗਿਆ V ਜਿਹੜਾ ਆਪਣਾ ਵਾਟਰ ਡਿਸਪਲੇਸ ਹੋਇਆ ਮਾਈਨਸ ਵੋਲਿਊਮ ਆਫ ਵੈਕਸ ਕਰਨਾ, ਵੋਲਿਊਮ ਆਫ ਵੈਕਸ ਕਾਦੇ ਬਰਾਬਰ ਆਇਆ weight ਆਫ ਵੈਕਸ ਡਿਵਾਈਡਡ ਬਾਈ ਗਾਮਾ ਵੈਕਸ। ਕਲੀਅਰ? ਹੁਣ ਇਸ ਤੋਂ ਬਾਅਦ ਚ ਆਪਾਂ ਜਿਹੜਾ ਵੋਲਿਊਮ ਇੱਥੇ ਪੁੱਟ ਕੀਤਾ ਸੀ, ਵੋਲਿਊਮ ਇੱਥੇ ਆਪਾਂ ਪਾਇਆ ਸੀਗਾ, ਉਸ ਤੋਂ ਬਾਅਦ ਚ ਆਪਣਾ ਅਗਲਾ ਕੰਮ ਕੀ ਹੋਊਗਾ, ਆਪਾਂ ਨਾਲ ਦੀ ਨਾਲ ਕੈਲਕੂਲੇਟ ਕੀ ਕਰਨਾ ਹੈ ਗਾਮਾ ਕਾਹਦਾ ਸੋਇਲ ਦਾ। ਗਾਮਾ ਸੋਇਲ ਦਾ ਕਾਹਦੇ ਬਰਾਬਰ ਹੋ ਜਾਊਗਾ weight upon volume। weight ਆਪਣਾ ਕਿੰਨਾ ਸੀਗਾ W1 ਡਿਵਾਈਡਡ ਬਾਈ ਵੋਲਿਊਮ ਕਿੰਨਾ ਆਇਆ ਆਪਣਾ ਟੋਟਲ V ਮਾਈਨਸ weight of wax divided by gamma wax। ਜਿਹੜਾ ਗਾਮਾ ਵੈਕਸ ਹੈ ਆਪਾਂ ਨੂੰ ਜਿਹੜੀ ਵੀ ਵੈਕਸ ਆਪਾਂ ਯੂਜ਼ ਕਰਾਂਗੇ ਉਹਦੀ ਬੋਟਲ ਦੇ ਉੱਪਰ ਮੈਂਸ਼ਨਡ ਹੁੰਦਾ ਹੈ। ਕਲੀਅਰ? ਮੂਵ ਔਨ ਕਰਦੇ ਹਾਂ ਆਪਣੇ ਨੈਕਸਟ ਮੈਥਡ ਦੇ ਉੱਪਰ, that is sand replacement method। ਇਸ ਮੈਥਡ ਦੇ ਵਿੱਚ ਆਪਾਂ ਕੀ ਕਰਦੇ ਹਾਂ, ਆਪਾਂ ਇੱਕ ਕੈਲੀਬ੍ਰੇਟਡ ਸਿਲੰਡਰ ਯੂਜ਼ ਕਰਦੇ ਹਾਂ ਵੋਲਿਊਮ ਕੱਢਣ ਦੇ ਲਈ। ਸਭ ਤੋਂ ਪਹਿਲਾਂ ਕੀ ਕਰਦੇ ਨੇ, ਕੋਈ ਵੀ ਗਰਾਊਂਡ ਦੇ ਵਿੱਚ ਇੱਕ ਪਿਟ ਐਕਸਕੇਵੇਟ ਕਰ ਲੈਂਦੇ ਨੇ। ਪਿਟ ਮਤਲਬ ਟੋਆ ਜਿਹਨੂੰ ਪੰਜਾਬੀ ਚ ਆਪਾਂ ਬੋਲ ਦਿੰਦੇ ਆ। ਇੱਕ ਪਿਟ ਐਕਸਕੇਵੇਟ ਕੀਤਾ, ਪਿਟ ਐਕਸਕੇਵੇਟ ਕਰਨ ਤੋਂ ਬਾਅਦ ਜਿਹੜੀ ਵੀ ਉਹਦੇ ਵਿੱਚੋਂ ਸੋਇਲ ਨਿਕਲੇ ਉਹਦਾ weight ਕਰ ਲੈਂਦੇ ਨੇ। ਉਹਦਾ weight ਲੈ ਲਿਆ ਆਪਾਂ W1, weight ਲਿਆ। weight ਲੈਣ ਤੋਂ ਬਾਅਦ ਕੀ ਕਰਦੇ ਨੇ, ਇਸ ਦੇ ਉੱਪਰ ਇੱਕ ਪਲੇਟ ਪਲੇਸ ਕਰਦੇ ਨੇ ਜਿਹਦੇ ਵਿੱਚ ਇੱਕ ਛੋਟਾ ਜਿਹਾ ਹੋਲ ਹੁੰਦਾ, ਉਸ ਦੇ ਉੱਪਰ ਇੱਕ ਸਿਲੰਡਰ ਰੱਖਦੇ ਨੇ। ਜਿਹੜੇ ਸਿਲੰਡਰ ਦੇ ਵਿੱਚ ਸੈਂਡ ਪਾਈ ਹੁੰਦੀ ਹੈ ਜਿਹੜੀ ਕੈਲੀਬ੍ਰੇਟਡ ਹੁੰਦੀ ਹੈ, ਜਿਹਦਾ ਆਪਾਂ ਨੂੰ ਸਾਰੀਆਂ ਪ੍ਰੋਪਰਟੀਜ਼ ਨੋਨ ਹੁੰਦੀਆਂ ਨੇ। ਫਿਰ ਕੀ ਕਰਦੇ ਨੇ, ਉਸ ਸੈਂਡ ਦੇ ਨੀਚੇ ਨਾ ਇੱਥੇ ਕਵਰ ਲੱਗਿਆ ਹੁੰਦਾ ਸਿਲੰਡਰ ਦਾ, ਕਵਰ ਨੂੰ ਰਿਮੂਵ ਕਰ ਦਿੰਦੇ ਨੇ, ਬਾਹਰ ਕਰ ਦਿੰਦੇ ਨੇ। ਤਾਂ ਉਹ ਸੈਂਡ ਇਸ ਪਿੱਟ 'ਚ ਫਲੋ ਕਰਨੀ ਸ਼ੁਰੂ ਕਰੂਗੀ। ਇੱਕ ਟਾਈਮ ਆਊਗਾ ਜਦੋਂ ਇਹ ਪਿੱਟ ਪੂਰੀ ਤਰ੍ਹਾਂ ਨਾਲ ਕੀ ਹੋ ਜਾਊਗਾ ਫਿਲ ਹੋ ਜਾਊਗਾ ਸੋਇਲ ਨਾਲ। ਕਲੀਅਰ? ਜਿੰਨੀ ਵੀ ਸੋਇਲ ਇਸ ਪਿੱਟ ਦੇ ਵਿੱਚ ਫਲੋ ਕਰ ਚੁੱਕੀ, ਉਸ ਸੋਇਲ ਤੋਂ ਆਪਾਂ ਨੂੰ ਕੀ ਮਿਲੂਗਾ ਵੋਲਿਊਮ ਮਿਲ ਜੂਗਾ ਇਸ ਪਿੱਟ ਦਾ। ਕਲੀਅਰ? ਤਾਂ ਯਾਨੀ ਕਿ W1 ਮੇਰੇ ਕੋਲ ਕੈਲਕੂਲੇਟ ਹੋ ਗਿਆ, ਜਿਹੜਾ ਮੈਂ ਇੱਥੋਂ ਸੋਇਲ ਕੱਢੀ ਸੀ ਉਹਦਾ weight ਲੈ ਲਿਆ। ਵੋਲਿਊਮ ਮੇਰੇ ਕੋਲ ਕਾਹਦੇ ਬਰਾਬਰ ਆ ਜਾਊਗਾ ਵੋਲਿਊਮ ਆਫ ਸੈਂਡ। ਕਿਹੜੀ ਸੈਂਡ, ਜਿਹੜੀ ਇੱਥੋਂ ਸਿਲੰਡਰ ਦੇ ਵਿੱਚੋਂ ਫਲੋ ਕਰਕੇ ਇਹਦੇ ਵਿੱਚ ਚਲੀ ਗਈ। ਕਲੀਅਰ? ਤਾਂ ਯਾਨੀ ਕਿ ਗਾਮਾ ਕਾਹਦੇ ਬਰਾਬਰ ਆ ਜਾਊਗਾ W1 upon ਵੋਲਿਊਮ। ਆਪਾਂ ਜਿਹੜਾ ਸਭ ਤੋਂ ਪਹਿਲਾ ਮੈਥਡ ਪੜਿਆ ਸੀ ਕੋਰ ਕਟਰ ਮੈਥਡ, ਉਹਦੇ ਵਿੱਚ ਕੀ ਕਿਹਾ ਸੀਗਾ ਵੀ ਉਹ ਮੈਥਡ ਕਲੇਈ ਸੋਇਲ ਵਾਸਤੇ, ਸਟਿੱਕੀ ਸੋਇਲ ਵਾਸਤੇ ਯੂਜ਼ ਹੋ ਸਕਦਾ ਹੈ। ਜਿਹੜੇ ਆਪਣੇ ਗ੍ਰੈਵਲਸ ਹੋਣਗੇ, ਸੈਂਡ ਹੋਣਗੇ, ਉਹਨਾਂ ਦੇ ਲਈ ਆਪਾਂ ਉਹ ਮੈਥਡ ਨੂੰ ਯੂਜ਼ ਨਹੀਂ ਕਰ ਸਕਦੇ। ਫॉर ਦੋਜ਼ ਮੈਥਡਸ, ਫॉर ਦੋਜ਼ ਸੋਇਲਸ ਆਪਾਂ ਸੈਂਡ ਰਿਪਲੇਸਮੈਂਟ ਮੈਥਡ ਯੂਜ਼ ਕਰਾਂਗੇ। ਇਹਦੇ ਵਿੱਚ ਜੇ ਸੋਇਲ ਇਸ ਤਰੀਕੇ ਦੀ ਹੋਊਗੀ ਵੀ ਕੋਰ ਕਟਰ ਮੈਥਡ ਯੂਜ਼ ਨਹੀਂ ਹੋ ਸਕਦਾ, ਫਿਰ ਆਪਾਂ ਸੈਂਡ ਰਿਪਲੇਸਮੈਂਟ ਮੈਥਡ ਨੂੰ ਯੂਜ਼ ਕਰਾਂਗੇ। ਇੱਕ ਫੀਲਡ ਮੈਥਡ ਹੈ, ਇਹਦੇ ਵਿੱਚੋਂ ਆਪਾਂ ਮਿੱਟੀ ਐਕਸਕੇਵੇਟ ਕੀਤੀ, ਐਕਸਕੇਵੇਟ ਕਰਨ ਤੋਂ ਬਾਅਦ ਉਹਦਾ weight ਲੈ ਲਿਆ, ਵੋਲਿਊਮ ਕੈਲਕੂਲੇਟ ਕੀਤਾ, ਇੱਕ ਸੈਂਡ ਨੂੰ ਵਿੱਚ ਫਲੋ ਕਰਵਾ ਕੇ ਜਿੰਨੀ ਸੈਂਡ ਉਹਦੇ ਵਿੱਚ ਭਰ ਗਈ ਉਹੀ ਵੋਲਿਊਮ ਆਪਣਾ ਇਸ ਪਿੱਟ ਦਾ ਹੋਊਗਾ। ਤਾਂ ਗਾਮਾ ਕਾਹਦੇ ਬਰਾਬਰ ਆ ਗਿਆ W1 upon ਵੋਲਿਊਮ। ਕਲੀਅਰ? ਇਹ ਸੀਗੇ ਆਪਣੇ ਟੈਸਟ, ਕੁਝ ਕੁ ਟੈਸਟ ਜਿਹੜੇ ਪੇਪਰ 'ਚ ਕਦੇ-ਕਦੇ ਪੁੱਛੇ ਜਾ ਸਕਦੇ, ਇਹਦੇ ਵਿੱਚੋਂ ਇੰਨੇ ਚਾਂਸਸ ਨਹੀਂ ਹੁੰਦੇ ਕੁਐਸਚਨ ਆਉਣ ਦੇ। ਨੈਕਸਟ ਜਿਹੜਾ ਆਪਣਾ ਟੌਪਿਕ ਹੈ ਉਹਦੇ ਆਪਾਂ ਨਿਊਮੈਰੀਕਲਸ ਡਿਸਕਸ ਕਰਨੇ ਨੇ ਇਸ ਚੈਪਟਰ ਦੇ। ਨੈਕਸਟ ਵੀਡੀਓ ਦੇ ਵਿੱਚ ਆਪਾਂ ਨਿਊਮੈਰੀਕਲਸ ਡਿਸਕਸ ਕਰਾਂਗੇ। ਜਿਨ੍ਹਾਂ ਵੀ ਸਟੂਡੈਂਟਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਿਓ। ਜਿਹੜਾ ਆਪਣੇ WhatsApp ਗਰੁੱਪ ਦਾ ਲਿੰਕ ਤੇ Telegram ਚੈਨਲ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ 'ਚ, ਉੱਥੋਂ ਤੁਸੀਂ ਉਹਨੂੰ ਫੋਲੋ ਵੀ ਕਰ ਸਕਦੇ ਹੋ। ਉਹਦੇ ਵਿੱਚ ਰੈਗੂਲਰ ਟੈਸਟ ਅਪਲੋਡ ਹੁੰਦੇ ਨੇ, ਰੈਗੂਲਰ ਸਟੱਡੀ ਮਟੀਰੀਅਲ ਅਪਲੋਡ ਹੁੰਦਾ ਹੈ।
ਜੇ ਤੁਹਾਨੂੰ ਹੋਰ ਕੋਈ ਵੀ ਡਾਊਟ ਹੋਵੇ ਟੌਪਿਕਸ ਦੇ ਰਿਗਾਰਡਿੰਗ ਤੁਸੀਂ ਨੀਚੇ ਕਮੈਂਟਸ ਦੇ ਵਿੱਚ ਆਪਣੇ ਕਮੈਂਟਸ ਕਰਕੇ ਦੱਸ ਸਕਦੇ ਹੋ। ਥੈਂਕ ਯੂ ਵੈਰੀ ਮਚ।